वेलकम डियर स्टूडेंट। बेटा आज ਆਪਾਂ क्लास 8 ਦਾ ਚੈਪਟਰ ਪੜਾਂਗੇ ਪੋਲਿਊਸ਼ਨ ਆਫ 에ਅਰ ਐਂਡ ਵਾਟਰ। ਹਵਾ ਅਤੇ ਪਾਣੀ ਦੇ ਨਾਲ ਕਿਸ ਤਰ੍ਹਾਂ ਪ੍ਰਦੂਸ਼ਣ ਹੋ ਰਿਹਾ ਹੈ। ਬੇਟਾ ਜੀ ਤੁਸੀਂ ਸੁਣਿਆ ਹੋਵੇਗਾ ਕਿ ਆਗਰਾ ਦੇ ਵਿੱਚ ਇੱਕ ਬਹੁਤ ਹੀ ਵੰਡਰ ਹੈ ਜਿਹੜਾ ਵਰਲਡ ਦਾ ਤਾਜ ਮਹਿਲ। ਉਹਦੇ ਬਾਰੇ ਸੁਣਿਆ ਹੋਵੇਗਾ ਕਿ ਉਹ ਬਿਲਕੁਲ ਵਾਈਟ ਮਾਰਬਲ ਦੇ ਨਾਲ ਬਣਿਆ ਹੋਇਆ ਹੈ, ਪਰ ਉਹ ਹੁਣ ਉਹਦਾ ਵਾਈਟ ਮਾਰਬਲ ਜਿਹੜਾ ਹੈ ਉਹ ਪੀਲੇਪਨ ਚ ਆ ਰਿਹਾ ਹੈ। ਕਿਹਦੇ ਕਰਕੇ ਆ ਰਿਹਾ ਹੈ? 에ਅਰ ਤੇ ਵਾਟਰ ਪੋਲਿਊਸ਼ਨ ਕਰਕੇ। ਤੁਸੀਂ ਆਪਣੇ ਦਾਦਾ ਦਾਦੀ ਕੋਲ ਜਾਂ ਨਾਨਾ ਨਾਨੀ ਕੋਲ ਸੁਣਿਆ ਹੋਏਗਾ, ਉਹ ਕਹਿੰਦੇ ਹੋਣਗੇ ਕਿ ਹੁਣ ਅੱਜ ਕੱਲ ਪੋਲਿਊਸ਼ਨ ਇੰਨਾ ਵੱਧ ਗਿਆ ਹੈ, ਪਰ ਸਾਡੇ ਟਾਈਮ ਤੇ ਸਾਨੂੰ ਜਿਹੜਾ ਸਕਾਈ ਹੈ ਉਹ ਬਹੁਤ ਵਧੀਆ ਤੇ ਸਾਫ ਸੁਥਰਾ ਤੇ ਨੀਲੇ ਰੰਗ ਦਾ ਦਿਖਦਾ ਸੀ ਤੇ ਫਰੈਸ਼ ਏਅਰ ਵੀ ਹੁੰਦੀ ਸੀ। ਕਿਉਂ? ਇੱਕ ਤਾਂ ਉਦੋਂ ਪੋਪੂਲੇਸ਼ਨ ਘੱਟ ਹੁੰਦੀ ਸੀ, ਦੂਸਰਾ ਜੰਗਲ ਵੀ ਸਨ ਔਰ ਉਦੋਂ ਇੰਨੇ ਵਹੀਕਲਸ ਵੀ ਨਹੀਂ ਸੀ, ਜਿਸ ਕਰਕੇ ਪੋਲਿਊਸ਼ਨ ਨਹੀਂ ਹੁੰਦਾ ਸੀ। ਸੋ ਅੱਜ ਆਪਾਂ ਗੱਲ ਕਰਨੀ ਹੈ ਏਅਰ ਪੋਲਿਊਸ਼ਨ ਦੀ। ਬੇਟਾ ਤੁਸੀਂ ਖਾਣਾ ਖਾਣ ਤੋਂ ਚਾਹੇ ਇੱਕ ਦਿਨ ਜਾਂ 2 ਦਿਨ ਭੁੱਖੇ ਵੀ ਰਹਿ ਸਕਦੇ ਹੋ, ਪਰ ਅਗਰ ਜੇ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਆਪਣਾ 1 ਮਿੰਟ ਵਾਸਤੇ ਵੀ ਨੱਕ ਬੰਦ ਕਰ ਲਓ ਤੇ ਤੁਸੀਂ ਸਾਹ ਨਾ ਲਓ, ਕਿ ਤੁਸੀਂ ਸਾਹ ਤੋਂ ਲਏ ਬਿਨਾਂ ਰਹਿ ਸਕਦੇ ਹੋ? ਨਹੀਂ, ਅਸੀਂ 1 ਮਿੰਟ ਵੀ ਸਾਹ ਲਏ ਬਿਨਾਂ ਨਹੀਂ ਰਹਿ ਸਕਦੇ। ਸੋ ਹਵਾ ਸਾਡੇ ਵਾਸਤੇ ਸ਼ੁੱਧ ਹਵਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬੇਟਾ ਜਿਹੜੀ ਏਅਰ ਹੈ, ਏਅਰ ਦੇ ਵਿੱਚ ਬਹੁਤ ਸਾਰੀਆਂ ਗੈਸਿਸ ਨੇ। ਸਭ ਤੋਂ ਜ਼ਿਆਦਾ ਹੈ 78% ਇਹਦੇ ਵਿੱਚ ਗੈਸ ਹੈ ਨਾਈਟ੍ਰੋਜਨ, ਫਿਰ ਹੈ ਇਹਦੇ ਵਿੱਚ 21% ਆਕਸੀਜਨ, ਔਰ ਇਹਦੇ ਵਿੱਚ ਸਾਨੂੰ ਕੁਝ ਜਿਹੜੇ ਹੈਗੇ ਨੇ ਕਾਰਬਨ ਡਾਈਆਕਸਾਈਡ, ਆਰਗਨ, ਮੀਥੇਨ, ਓਜ਼ੋਨ ਤੇ ਵਾਟਰ ਵੇਪਰ ਜਿਹੜੇ ਨੇ ਉਹ ਹਵਾ ਦੇ ਵਿੱਚ ਮੌਜੂਦ ਹੁੰਦੇ ਹਨ। ਤੁਸੀਂ ਇਹ ਪਾਈ ਚਾਰਟ ਤੋਂ ਦੇਖ ਸਕਦੇ ਹੋ ਕਿ ਕਿਹੜੀਆਂ ਐਟਮੋਸਫੇਅਰ ਦੇ ਵਿੱਚ ਗੈਸਿਸ ਹੈ। ਨਾਈਟ੍ਰੋਜਨ ਸਭ ਤੋਂ ਜ਼ਿਆਦਾ ਹੈ ਜੀ 78%, 21% ਜਿਹੜੀ ਹੈ ਆਕਸੀਜਨ ਹੈ, ਔਰ ਬਾਕੀ ਜਿਹੜੀਆਂ 1% ਜਿਹੜੀਆਂ ਗੈਸਿਸ ਹੈ ਉਹਨਾਂ ਵਿੱਚ ਆਰਗਨ, ਕਾਰਬਨ ਡਾਈਆਕਸਾਈਡ, ਨਿਓਨ, ਮੀਥੇਨ, ਕ੍ਰਿਪਟਨ, ਹਾਈਡਰੋਜਨ ਤੇ ਵਾਟਰ ਵੇਪਰਸ ਜਿਹੜੇ ਨੇ ਇਹ ਐਟਮੋਸਫੇਅਰ ਦੇ ਵਿੱਚ ਗੈਸਿਸ ਪ੍ਰੈਜ਼ੈਂਟ ਨੇ। ਤੇ ਇਸ ਐਕਟੀਵਿਟੀ ਤੋਂ ਦੇਖ ਸਕਦੇ ਹੋ ਕਿ ਕਿੰਨੀ ਕਰਾਊਡਡ ਜਿਹੜੀ ਹੈ ਸਿਟੀ ਹੈ, ਉੱਥੇ ਕਿੰਨੀ ਵਹੀਕਲਸ ਜਿਹੜੇ ਨੇ ਜਾ ਰਹੇ ਨੇ। ਇਸੇ ਤਰੀਕੇ ਦੇ ਨਾਲ ਅਸੀਂ ਇੱਕ ਟਾਊਨ ਦਾ ਤੇ ਵਿਲੇਜ ਦਾ ਵੀ ਕੰਪੇਅਰ ਕਰ ਸਕਦੇ ਹਾਂ। ਵਿਲੇਜ ਦੇ ਵਿੱਚ ਤੁਹਾਨੂੰ ਸ਼ਾਂਤੀ, ਨਾ ਨੋਇਜ਼ ਪੋਲਿਊਸ਼ਨ ਹੁੰਦਾ ਹੈ ਤੇ ਨਾ ਹੀ ਕੋਈ ਟ੍ਰੈਫਿਕ ਦੇਖਣ ਨੂੰ ਮਿਲਦਾ ਹੈ। ਲੇਕਿਨ ਆਪਾਂ ਸਿਟੀ ਦੇ ਵਿੱਚ ਜਾਵਾਂਗੇ ਤੇ ਉੱਥੇ ਕਿਉਂਕਿ ਵਹੀਕਲਸ ਦੇ ਹੌਰਨ ਵਗੈਰਾ ਦੀਆਂ ਨੋਇਜ਼ ਪੋਲਿਊਸ਼ਨ ਔਰ ਏਅਰ ਪੋਲਿਊਸ਼ਨ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ। ਹਾਂਜੀ ਬੇਟਾ, ਕੁਐਸਚਨ ਆ ਜਾਂਦਾ ਹੈ ਕਿ ਵਟ ਇਜ਼ ਏਅਰ ਪੋਲਿਊਸ਼ਨ। ਏਅਰ ਪੋਲਿਊਸ਼ਨ ਕੀ ਹੈ? ਜਦੋਂ ਹਵਾ ਦੇ ਵਿੱਚ when air is contaminated by unwanted substances, ਉਹ ਸਬਸਟੈਂਸ ਜਿਹੜੇ ਨਹੀਂ ਚਾਹੀਦੇ ਨਾ ਔਰ ਸਾਡੀ ਲਿਵਿੰਗ ਔਰ ਨਾਨ ਲਿਵਿੰਗ ਯਾਨੀ ਕਿ ਬਿਲਡਿੰਗਸ ਨੂੰ ਤੇ ਜਿਹੜੇ ਐਨੀਮਲਸ ਹੈ ਜਾਂ ਹਿਊਮਨ ਬੀਇੰਗਸ ਜਾਂ ਪਲਾਂਟਸ ਨੂੰ ਨੁਕਸਾਨ ਪਹੁੰਚਾਉਂਦੇ ਨੇ, ਅਸੀਂ ਉਸ ਨੂੰ ਕੀ ਕਹਿੰਦੇ ਆ? ਏਅਰ ਪੋਲਿਊਸ਼ਨ। ਸੋ ਡੈਫੀਨੇਸ਼ਨ ਯਾਦ ਰੱਖਣੀ ਹੈ ਕਿ ਕੁਝ ਹਵਾ ਦੇ ਵਿੱਚ ਇਹੋ ਜਿਹੇ ਸਬਸਟੈਂਸ ਮਿਲ ਜਾਂਦੇ ਹਨ ਜਿਹੜੇ ਸਾਡੇ ਲਈ ਨੁਕਸਾਨਦਾਇਕ ਹੁੰਦੇ ਹਨ, ਉਸ ਨੂੰ ਆਪਾਂ ਕਹਿੰਦੇ ਆ ਏਅਰ ਪੋਲਿਊਸ਼ਨ। ਹਾਊ ਡਜ਼ ਏਅਰ ਗੈਟ ਪੋਲਿਊਟਿਡ? ਹਵਾ ਜਿਹੜੀ ਹੈ ਕਿਸ ਤਰ੍ਹਾਂ ਪੋਲਿਊਟਿਡ ਹੁੰਦੀ ਹੈ ਜਾਂ ਕਿਵੇਂ ਗੰਦੀ ਹੁੰਦੀ ਹੈ? ਜਿਸ ਤਰ੍ਹਾਂ ਮੈਂ ਦੱਸਿਆ ਕਿ ਕੁਝ ਸਬਸਟੈਂਸ ਜਿਹੜੇ ਮਿਲ ਜਾਂਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਪੋਲਿਊਟੈਂਟਸ। ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਏਅਰ ਪੋਲਿਊਟੈਂਟਸ। ਔਰ ਕਿਹੜੇ ਕਿਹੜੇ ਪੋਲਿਊਟੈਂਟਸ ਨੇ? ਇਹ 2 ਤਰ੍ਹਾਂ ਦੇ ਹੋ ਸਕਦੇ ਨੇ, ਨੈਚੁਰਲ ਵੀ ਔਰ ਮੈਨ ਮੇਡ ਵੀ। ਨੈਚੁਰਲ ਕਿਸ ਤਰ੍ਹਾਂ? ਜਿਵੇਂ ਸਮੋਕ ਤੇ ਡਸਟ, ਜਾਂ ਜਦੋਂ ਫੋਰੈਸਟ ਦੇ ਵਿੱਚ ਅੱਗ ਲੱਗ ਜਾਂਦੀ ਹੈ, ਜਾਂ ਵੋਲਕੈਨਿਕ ਜਾਂ ਜਵਾਲਾਮੁਖੀ ਜਦੋਂ ਫੁੱਟ ਜਾਂਦੇ ਨੇ ਉਦੋਂ ਧੂੰਆਂ ਆਉਂਦਾ ਹੈ, ਉਹਦੇ ਨਾਲ ਵੀ ਸਾਡੀ ਏਅਰ ਪੋਲਿਊਸ਼ਨ ਹੋ ਜਾਂਦੀ ਹੈ। ਉਸ ਤੋਂ ਬਾਅਦ ਹਿਊਮਨ ਐਕਟੀਵਿਟੀਜ਼ ਨਾਲ ਵੀ ਜਿਹੜੀ ਐਟਮੋਸਫੇਅਰ ਆ ਉਹ ਗੰਦਾ ਹੋ ਜਾਂਦਾ ਹੈ, ਜਿਸ ਤਰ੍ਹਾਂ ਕਿ ਪਾਵਰ ਪਲਾਂਟਸ ਤੋਂ, ਆਟੋਮੋਬਾਈਲ ਤੋਂ ਜਾਣੀ ਕਿ ਵਾਹੀਕਲਸ ਤੋਂ, ਜਾਂ ਫੈਕਟਰੀਜ਼ ਤੋਂ, ਜਾਂ ਡੰਗ ਕੇਕਸ ਜਿਹੜੇ ਆ ਅਸੀਂ ਗੋਬਰ ਵਗੈਰਾ ਜਦੋਂ ਜਲਾਉਂਦੇ ਆ ਤਾਂ ਧੂੰਆਂ ਜਿਹੜਾ ਹੈ ਹਵਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਿਕਚਰਸ ਤੋਂ
ਮਿਕਸ ਹੋ ਜਾਂਦਾ ਹੈ ਤੇ ਉਹਦੇ ਨਾਲ ਕੀ ਹੋ ਜਾਂਦੀ ਹੈ ਪੋਲਿਊਸ਼ਨ। ਔਰ ਇਹ ਜਿਹੜੀ ਪੋਲਿਊਸ਼ਨ ਹੈ ਇਹਦੇ ਨਾਲ ਕੀ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਰੈਸਪੀਰੇਟਰੀ ਪ੍ਰੋਬਲਮ ਯਾਨੀ ਕਿ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਨੇ। ਔਰ ਵਹੀਕਲਸ ਜਿਹੜੇ ਨੇ ਬਹੁਤ, ਤੁਸੀਂ ਇੱਕ ਪਿਕਚਰ ਦੇਖਦੇ ਹੋ, ਪਿਕਚਰ ਦੇ ਵਿੱਚ ਇਹ ਕਾਲਾ ਧੂੰਆਂ ਜਿਹੜਾ ਛੱਡ ਰਿਹਾ ਹੈ, ਇਹ ਕਦੋਂ ਕਾਲਾ ਧੂੰਆਂ ਛੱਡਦਾ ਹੈ ਜਦੋਂ ਬਰਨਿੰਗ ਜਿਹੜੀ ਹੈ ਉਹ ਫਿਊਲ ਦੀ ਇਨਕੰਪਲੀਟ ਹੁੰਦੀ ਹੈ ਜਾਂ ਕੁਝ ਪ੍ਰੋਬਲਮ ਹੁੰਦੀ ਹੈ, ਪੂਰੀ ਤਰ੍ਹਾਂ ਜਦੋਂ ਫਿਊਲ ਨਹੀਂ ਚੱਲ ਪਾਉਂਦਾ ਤਾਂ ਉਹ ਕਾਰਬਨ ਡਾਈਆਕਸਾਈਡ ਦੀ ਥਾਂ ਤੇ ਕੀ ਪ੍ਰੋਡਿਊਸ ਕਰਦਾ ਹੈ, ਕਾਰਬਨ ਮੋਨੋਆਕਸਾਈਡ। ਵਹੀਕਲਸ ਤੋਂ ਸਾਨੂੰ ਕੀ ਧੂੰਆਂ ਨਿਕਲਦਾ ਹੈ, ਕਿਹੜੀਆਂ ਗੈਸਿਸ ਨਿਕਲਦੀਆਂ ਨੇ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਤੇ ਸਮੋਕ। ਇਹ ਜਿਹੜੇ ਨੇ ਕਾਰਬਨ ਮੋਨੋਆਕਸਾਈਡ ਜਿਹੜੀ ਹੈ ਬਹੁਤ ਪੋਇਜ਼ਨਸ ਗੈਸ ਹੈ, ਕਿਉਂਕਿ ਇਹ ਜਦੋਂ ਸਾਡੇ ਅੰਦਰ ਚਲੀ ਜਾਂਦੀ ਹੈ ਤਾਂ ਆਕਸੀਜਨ ਦਾ ਲੈਵਲ ਜਿਹੜਾ ਹੈ ਘੱਟ ਹੋ ਜਾਂਦਾ ਹੈ ਤੇ ਈਵਨ ਡੈਥ ਹੋ ਜਾਂਦੀ ਹੈ। ਹਾਂਜੀ ਬੇਟਾ, ਤੁਸੀਂ ਸੁਣਿਆ ਹੋਵੇਗਾ ਸਰਦੀਆਂ ਵਿੱਚ ਧੁੰਦ ਪੈਂਦੀ ਹੈ ਜਿਹਨੂੰ ਆਪਾਂ ਕੀ ਕਹਿੰਦੇ ਆ, ਫੋਗ ਕਹਿੰਦੇ ਆ। ਔਰ ਕਈ ਵਾਰ ਜਦੋਂ ਸਿਟੀਜ਼ ਦੇ ਵਿੱਚ ਸਪੈਸ਼ਲੀ ਪੋਲਿਊਸ਼ਨ ਹੁੰਦਾ ਹੈ, ਧੂੰਆਂ ਨਿਕਲਦਾ ਹੈ, ਤਾਂ ਉਹ ਕੀ ਕਰਦਾ ਹੈ, ਧੂੰਆਂ ਫੋਗ ਦੇ ਨਾਲ ਮਿਲ ਕੇ, ਸਮੋਕ ਔਰ ਫੋਗ ਮਿਲ ਕੇ ਕੀ ਬਣਾ ਦਿੰਦੇ ਨੇ, ਸਮੋਕ ਬਣਾ ਦਿੰਦੇ ਨੇ। ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਨਾਈਟ੍ਰੋਜਨ ਡਾਈਆਕਸਾਈਡਸ ਔਰ ਕੁਝ ਹੋਰ ਪੋਲਿਊਟੈਂਟਸ ਮਿਲ ਕੇ ਕੀ ਬਣਾ ਦਿੰਦੇ ਨੇ, ਸਮੋਕ। ਔਰ ਸਮੋਕ ਦੇ ਨਾਲ ਬੇਟਾ ਜੀ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਨੇ, ਜਿਸ ਤਰ੍ਹਾਂ ਕਿ ਅਸਥਮਾ, ਸਾਹ ਦੀਆਂ ਬਿਮਾਰੀਆਂ, ਕਫ ਔਰ ਵੀਜ਼ਨਿੰਗ ਇਨ ਦਾ ਚਿਲਡਰਨ। ਬੱਚਿਆਂ ਨੂੰ ਸਾਹ ਲੈਣ ਦੇ ਵਿੱਚ ਜਿਹੜੀ ਹੈ ਆਵਾਜ਼ ਉਹਨਾਂ ਦੀ ਆਉਂਦੀ ਹੈ, ਉਹਨਾਂ ਦੀ ਚੈਸਟ ਦੇ ਵਿੱਚੋਂ। ਔਰ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਨੇ 에ਅਰ ਪੋਲਿਊਸ਼ਨ ਨੂੰ ਦੇ ਕਾਰਨ ਹਨ। ਕਈ ਜਿਹੜੀਆਂ ਇੰਡਸਟਰੀਜ਼ ਦੇ ਵਿੱਚੋਂ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਤੇ ਸਲਫਰ ਡਾਈਆਕਸਾਈਡ ਪਾਵਰ ਪਲਾਂਟਸ ਤੋਂ ਵਿੱਚ ਜਿਹੜੇ ਫਿਊਜ਼ ਕਰਕੇ ਜਿਹੜਾ ਕੋਇਲਾ ਆਪਾਂ ਜਲਾਉਂਦੇ ਹਾਂ ਉਹਦੇ ਕਰਕੇ ਗੈਸਿਸ ਜਿਹੜੀਆਂ ਨੇ ਪੈਦਾ ਹੁੰਦੀਆਂ ਨੇ, ਜਿਹਦੇ ਨਾਲ ਲੰਗਸ ਦੀ ਪ੍ਰੋਬਲਮ ਹੋ ਜਾਂਦੀਆਂ ਨੇ, ਸਾਹ ਦੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ, ਈਵਨ ਲੰਗਸ ਜਿਹੜੇ ਨੇ ਉਹ ਡੈਮੇਜ ਵੀ ਹੋ ਜਾਂਦੇ ਨੇ। ਔਰ ਇਸ ਤੋਂ ਇਲਾਵਾ ਹੋਰ ਜਿਹੜੇ ਪੋਲਿਊਟੈਂਟਸ ਹੈ, CFC, ਬੇਟਾ ਇੱਕ ਨੰਬਰ ਦਾ ਕੁਐਸਚਨ ਆ ਜਾਂਦਾ ਹੈ ਤੁਹਾਨੂੰ, CFC ਦੀ ਫੁੱਲ ਫਾਰਮ ਕੀ ਹੈ, ਜਿਸ ਨੂੰ ਆਪਾਂ ਕੀ ਕਹਿੰਦੇ ਆ, ਕਲੋਰੋਫਲੋਰੋਕਾਰਬਨ। ਇਹ ਕਿਹਦੇ ਵਿੱਚ ਯੂਜ਼ ਹੁੰਦਾ ਜੀ, ਇਹਦੇ ਰੈਫ੍ਰਿਜਰੇਟਰ ਯਾਨੀ ਕਿ ਫ੍ਰਿਜ ਦੇ ਵਿੱਚ, AC ਦੇ ਵਿੱਚ, ਔਰ ਐਰੋਸੋਲ ਸਪਰੇਅ ਜਿਹੜੇ ਆਪਾਂ ਕਾਰਾਂ ਨੂੰ ਪੇਂਟ ਕਰਦੇ ਹਾਂ ਸਪਰੇਅ ਦੇ ਨਾਲ, ਉਹਦੇ ਵਿੱਚੋਂ ਜਿਹੜੇ ਵੇਪਰਸ ਹੈ ਉਹ ਹਵਾ ਦੇ ਵਿੱਚ ਚਲੇ ਜਾਂਦੇ ਹਨ ਤੇ ਮਿਲ ਜਾਂਦੇ ਹਨ। ਔਰ ਇਹ ਜਿਹੜੀ ਹੈ ਐਟਮੋਸਫੇਅਰ ਦੇ ਵਿੱਚ ਜਿਹੜੀ ਓਜ਼ੋਨ ਲੇਅਰ ਹੈ, ਜਿਹੜੀ ਬਲੈਂਕਟ ਦਾ ਕੰਮ ਕਰਦੀ ਹੈ, ਯਾਨੀ ਕਿ ਹਾਰਮਫੁਲ ਰੇਡੀਏਸ਼ਨ ਨੂੰ, ਜਿਹੜੀਆਂ ਸਨ ਦੀਆਂ ਅਲਟਰਾਵਾਇਲਟ ਰੇਡੀਏਸ਼ਨ ਨੂੰ ਰੋਕਣ ਦਾ ਕੰਮ ਕਰਦੀ ਹੈ, ਉਹ ਤੁਸੀਂ ਉਹਨੇ ਸੁਣਿਆ ਹੋਏਗਾ ਕਿ ਉਹਦੇ ਵਿੱਚ ਹੋਲ ਪੈ ਗਿਆ ਹੈ। ਪਰ ਜਦੋਂ ਲੋਕਡਾਊਨ ਹੋਇਆ ਸੀ ਤਾਂ ਖਬਰ ਆਈ ਸੀ ਕਿ ਜਿਹੜਾ ਓਜ਼ੋਨ ਜਿਹੜਾ ਹੋਲ ਹੈ ਉਹ ਭਰਨਾ ਸ਼ੁਰੂ ਹੋ ਗਿਆ ਹੈ। ਕਿਉਂ ਭਰਨਾ ਸ਼ੁਰੂ ਹੋਇਆ, ਕਿਉਂਕਿ ਓਜ਼ੋਨ ਲੋਕਡਾਊਨ ਦੇ ਦੌਰਾਨ ਕਾਫੀ ਜਿਹੜੇ ਵਹੀਕਲ ਸੀਗੇ ਸਾਰੇ ਬੰਦ ਹੋ ਗਏ ਸੀਗੇ, ਪੋਲਿਊਸ਼ਨ ਫ੍ਰੀ ਹੋ ਗਿਆ ਸੀ, ਔਰ ਈਵਨ ਸਾਨੂੰ ਖੁਦ ਨੂੰ ਵੀ ਜਿਹੜਾ ਸਕਾਈ ਸੀਗਾ ਉਹ ਬਿਲਕੁਲ ਕਲੀਅਰ ਨਜ਼ਰ ਆਉਂਦਾ ਸੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਅਫੈਕਟ, ਕਿੰਨੀਆਂ ਪੋਲਿਊਸ਼ਨ ਜਿਹੜੀ ਹੈ ਸਾਡੇ ਐਟਮੋਸਫੇਅਰ ਨੂੰ ਅਫੈਕਟ ਕਰਦੀ ਹੈ। ਸੋ ਜਿੰਨੇ ਵੀ ਆਟੋਮੋਬਾਈਲਸ ਜਦੋਂ ਬਰਨ ਕਰਦੇ ਨੇ ਡੀਜ਼ਲ ਜਾਂ ਪੈਟਰੋਲ, ਤਾਂ ਉਹ ਹਵਾ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਪਾਰਟੀਕਲਸ ਉੱਡਦੇ ਨੇ। ਜਦੋਂ ਅਸੀਂ ਉਹਨਾਂ ਨੂੰ ਸਾਹ ਲੈਂਦੇ ਹਾਂ ਔਰ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਡਿਜ਼ੀਜ਼ਸ ਆ ਹੋ ਜਾਂਦੀਆਂ ਨੇ। ਈਵਨ ਜਿਹੜੇ ਪਾਵਰ ਪਲਾਂਟਸ ਹੈ ਉਹਨਾਂ ਤੋਂ ਟਾਈਨੀ ਜਿਹੜੇ ਐਸ਼ ਪਾਰਟੀਕਲ ਜਿਹੜੇ ਨਿਕਲਦੇ ਨੇ ਤੇ ਉਹ ਹਵਾ, ਇਹ ਤੁਸੀਂ ਦੇਖ ਰਹੇ ਹੋ 에ਅਰ ਪੋਲਿਊਸ਼ਨ ਜਿਹੜੀ ਹੈ ਕਿਸ ਤਰ੍ਹਾਂ ਹੁੰਦੀ ਹੈ, ਫੈਕਟਰੀਜ਼ ਤੋਂ ਨਿਕਲਦਾ ਧੂੰਆਂ ਜਾਂ ਐਗਰੀਕਲਚਰ ਵੇਸਟੇਜ ਜਾਂ ਹਾਊਸ ਹੋਲਡ એનર્ਜੀ ਜਾਂ ਟਰਾਂਸਪੋਰਟ ਤੋਂ ਨਿਕਲਦਾ ਜਿਹੜਾ ਧੂੰਆਂ ਹੈ ਉਹ ਖਰਾਬ ਕਰਦਾ ਹੈ। ਤੁਸੀਂ ਹਰ ਦੀਵਾਲੀ ਤੋਂ ਪਹਿਲਾਂ ਸੁਣਦੇ ਹੋ ਕਿ ਖੇਤਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਕਿੰਨਾ ਧੂੰਆਂ ਜਿਹੜਾ ਹੋ ਜਾਂਦਾ। ਹਰਿਆਣਾ ਔਰ ਪੰਜਾਬ ਦੇ ਵਿੱਚ ਸਪੈਸ਼ਲੀ ਲੋਕ ਜਿਹੜੇ ਹੈ ਜਿਹੜੀ ਰਾਈਸ ਦੀ ਜਿਹੜੀ ਹੈ ਜਦੋਂ ਕੱਟਦੇ ਨੇ ਫਸਲ, ਤਾਂ ਉਹ ਜਿਹੜੇ ਵੇਸਟ ਹੁੰਦੀ ਹੈ ਤਾਂ ਉਹਨਾਂ ਨੂੰ ਅੱਗ ਲਗਾ ਦਿੰਦੇ ਨੇ, ਜਿਸ ਦੇ ਕਰਕੇ ਬਹੁਤ ਸਾਰਾ ਧੂੰਆਂ ਹੋ ਜਾਂਦਾ ਹੈ। ਹੁਣ ਆਪਾਂ ਗੱਲ ਕਰਾਂਗੇ ਕੇਸ ਸਟੱਡੀ ਦਾ ਤਾਜ ਮਹਿਲ। 2 decades
ਮਤਲਬ 20 ਸਾਲਾਂ ਤੋਂ ਜਿਹੜਾ ਹੈ ਆਪਣਾ ਤਕਰੀਬਨ ਤਾਜ ਮਹਿਲ ਜਿਹੜਾ ਕਿ ਆਗਰਾ ਦੇ ਵਿੱਚ ਹੈ, ਅਟਰੈਕਟਿਵ ਸੈਂਟਰ ਹੈ ਟੂਰਿਸਟ ਦਾ। ਔਰ ਇਹਦਾ ਜਿਹੜਾ ਹੁਣ ਮਾਰਬਲ ਹੈ, ਵਾਈਟ ਮਾਰਬਲ ਜਿਹੜਾ ਉਹ ਡਿਸਕਲਰ ਹੋ ਰਿਹਾ ਹੈ। ਕਿਉਂ ਹੋ ਰਿਹਾ ਹੈ? ਕਿਉਂਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਨੇ, ਟਰਬਨ ਇੰਡਸਟਰੀਜ਼ ਹੈ, ਕੈਮੀਕਲ ਹੈ, ਜਾਂ ਉੱਥੇ ਸਪੈਸ਼ਲੀ ਮਥੁਰਾ ਆਇਲ ਰਿਫਾਈਨਰੀ ਕਰਕੇ ਹੈ। ਉਹਦੇ ਨਾਲ ਕਿਹੜੀਆਂ ਗੈਸਿਸ ਪ੍ਰੋਡਿਊਸ ਹੁੰਦੀਆਂ ਨੇ? ਸਲਫਰ ਡਾਈਆਕਸਾਈਡ ਤੇ ਨਾਈਟ੍ਰੋਜਨ ਡਾਈਆਕਸਾਈਡ, ਇਹ ਪੋਲਿਊਟੈਂਟਸ ਛੱਡਦੇ ਨੇ। ਔਰ ਇਹ ਜਦੋਂ ਵੇਪਰਸ ਮਿਲ ਜਾਂਦੇ ਨੇ ਵਾਟਰ ਵੇਪਰਸ ਦੇ ਨਾਲ, ਤਾਂ ਉਹ ਕੀ ਬਣਾ ਦਿੰਦੇ ਨੇ? ਸਲਫਿਊਰਿਕ ਐਸਿਡ ਤੇ ਨਾਈਟ੍ਰਿਕ ਐਸਿਡ। ਔਰ ਇਹ ਜਿਹੜੇ ਐਸਿਡ ਹੈ ਜਦੋਂ ਫਿਰ ਰੇਨ ਦੇ ਰੂਪ ਦੇ ਵਿੱਚ ਆਉਂਦੀ ਹੈ, ਜਿਹੜੀ ਉਹ ਰੇਨ ਹੁੰਦੀ ਹੈ, ਜਿਹੜੀ ਬਰਸਾਤ ਹੁੰਦੀ ਹੈ, ਉਹ ਐਸਿਡਿਕ ਰੇਨ ਹੁੰਦੀ ਹੈ, ਜਿਸਨੂੰ ਆਪਾਂ ਤੇਜ਼ਾਬੀ ਵਰਖਾ ਵੀ ਕਹਿੰਦੇ ਹਾਂ। ਔਰ ਇਹਦੇ ਨਾਲ ਜਿਹੜਾ ਸਾਡਾ ਮੋਨੂਮੈਂਟ ਹੈ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਇਹ ਖਰਾਬ ਹੁੰਦਾ ਜਾ ਰਿਹਾ ਹੈ ਔਰ ਇਸ ਨੂੰ ਜਿਹੜਾ ਖਰਾਬ ਹੋਣਾ, ਇਸ ਨੂੰ ਆਪਾਂ ਮਾਰਬਲ ਕੈਂਸਰ ਵੀ ਕਹਿੰਦੇ ਹਾਂ। ਪਰ ਸੁਪਰੀਮ ਕੋਰਟ ਨੇ ਹੁਣ ਬਹੁਤ ਸਾਰੇ ਜਿਹੜੇ ਸਟੈਪਸ ਲਿੱਤੇ ਹੈ ਕਿ ਜਿਹੜਾ ਸਾਡਾ ਮੋਨੂਮੈਂਟ ਹੈ ਤਾਜ ਮਹਿਲ, ਇਸ ਨੂੰ ਬਚਾਇਆ ਜਾ ਸਕੇ। ਉਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਇੰਡਸਟਰੀਜ਼ ਹੈ ਉਹ ਤਾਜ ਮਹਿਲ ਤੋਂ ਥੋੜ੍ਹਾ ਦੂਰ ਲੈ ਜਾਣ ਔਰ ਉੱਥੇ ਜਿਹੜੀਆਂ ਵੀ ਫਿਊਲਸ ਜਿਹੜੇ ਯੂਜ਼ ਕੀਤੇ ਜਾਣ, ਜਾਂ CNG ਯਾਨੀ ਕਿ ਕੰਪਰੈਸਡ ਨੈਚੁਰਲ ਗੈਸ, ਬੇਟਾ ਇਹ ਵੀ 1 ਮਾਰਕ ਦਾ ਕੁਐਸਚਨ ਆ ਜਾਂਦਾ। ਔਰ LPG ਦੀ ਫੁੱਲ ਫਾਰਮ ਲਿਕੁਇਫਾਈਡ ਪੈਟਰੋਲੀਅਮ ਗੈਸ ਹੈ। ਇਹ ਇਸ ਤਰ੍ਹਾਂ ਦੇ ਜਿਹੜੇ ਫਿਊਲਸ ਅਗਰ ਵਰਤਨੇ ਹਨ ਤਾਂ ਉਹ ਯੂਜ਼ ਕੀਤੇ ਜਾਣ, ਤਾਂ ਕਿ ਅਸੀਂ ਤਾਜ ਮਹਿਲ ਨੂੰ ਔਰ ਆਪਣੇ ਜਿਹੜੇ ਐਟਮੋਸਫੇਅਰ ਨੂੰ ਬਚਾ ਸਕੀਏ। ਨੈਕਸਟ ਆ ਗਿਆ ਜੀ ਗ੍ਰੀਨ ਹਾਊਸ ਇਫੈਕਟ। ਕੀ ਹੁੰਦਾ ਗ੍ਰੀਨ ਹਾਊਸ ਇਫੈਕਟ? ਬੇਟਾ ਸਨ ਰੇਜ਼ ਜਿਹੜੀਆਂ ਨੇ ਆਪਣੇ ਅਰਥ ਦੀ ਸਰਫੇਸ ਨੂੰ ਕੀ ਕਰਦੀਆਂ ਨੇ? ਗਰਮ ਕਰਦੀਆਂ ਨੇ। ਅਗਰ ਇਹ ਜਿਹੜੀਆਂ ਰੇਡੀਏਸ਼ਨਸ ਨਾ ਹੋਣ ਜਾਂ ਗ੍ਰੀਨ ਹਾਊਸ ਇਫੈਕਟ ਨਾ ਹੋਵੇ ਤਾਂ ਧਰਤੀ ਤੇ ਰਹਿਣਾ ਜਿਹੜਾ ਹੈ ਉਹ ਮੁਸ਼ਕਿਲ ਹੋ ਜਾਏਗਾ। ਪਰ ਇਹਦੇ ਨਾਲ ਕੀ ਹੈ ਕਿ ਟੈਂਪਰੇਚਰ ਜਿਹੜਾ ਹੈ ਉਹ ਬਿਲਕੁਲ ਮੇਨਟੇਨ ਰਹਿੰਦਾ ਹੈ। ਜਿਹੜੀਆਂ ਰੇਡੀਏਸ਼ਨ ਸਾਡੀ ਧਰਤੀ ਤੇ ਪੈਂਦੀਆਂ ਨੇ, ਕੁਛ ਐਬਜ਼ੋਰਬ ਹੋ ਜਾਂਦੀਆਂ ਨੇ ਔਰ ਉਹ ਕੁਛ ਜਿਹੜੀਆਂ ਨੇ ਰਿਫਲੈਕਟ ਹੋ ਕੇ ਕਿਤੇ ਵਿੱਚ ਵਾਪਸ ਚਲੀਆਂ ਜਾਂਦੀਆਂ ਨੇ, ਸਪੇਸ ਦੇ ਵਿੱਚ ਚਲੀਆਂ ਜਾਂਦੀਆਂ ਨੇ। ਔਰ ਇਹ ਜਿਹੜੀਆਂ ਰੇਡੀਏਸ਼ਨਸ ਜਿਹੜੀਆਂ ਨੇ ਉਹ ਫਿਰ ਅਰਥ ਨੂੰ ਕੀ ਕਰਦੀਆਂ ਨੇ? ਵਾਰਮ ਕਰਦੀਆਂ ਨੇ। ਔਰ ਇਹਦੇ ਨਾਲ ਜਿਹੜੀ ਹੈ ਕੁਛ ਹੋਰ ਜਿਹੜੀਆਂ ਆਪਾਂ ਕੁਝ ਹੋਰ ਗੈਸਿਸ ਨੇ ਜਿਹੜੀਆਂ ਕਿ ਗ੍ਰੀਨ ਹਾਊਸ ਇਫੈਕਟ ਦਾ ਜਿਹੜਾ ਹੈ ਵਾਧਾ ਕਰ ਰਹੀਆਂ ਨੇ। ਕਿਉਂਕਿ ਤੁਸੀਂ ਪਹਿਲੇ ਪੜ੍ਹਿਆ ਹੈ ਕਿ ਹਵਾ ਦੇ ਵਿੱਚ 78% ਨਾਈਟ੍ਰੋਜਨ ਹੈ, 21% ਆਕਸੀਜਨ ਹੈ ਔਰ 0.03% ਕਾਰਬਨ ਡਾਈਆਕਸਾਈਡ ਹੈ। ਸੋ ਕਾਰਬਨ ਡਾਈਆਕਸਾਈਡ ਸਾਡੇ ਲਈ ਜ਼ਰੂਰੀ ਹੈ, ਪਰ ਕੀ ਹੋ ਰਿਹਾ ਹੈ? ਕਾਰਬਨ ਡਾਈਆਕਸਾਈਡ ਜਿਹੜੀ ਹੈ ਹੁਣ ਉਹ ਵੱਧ ਰਹੀ ਹੈ। ਇਹਦਾ ਜਿਹੜਾ ਵਾਧਾ ਹੋਣਾ ਵੀ ਹੈ, ਇਹਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਨੂੰ ਖਤਰਾ ਪੈ ਰਿਹਾ ਹੈ। ਔਰ ਕਿਉਂਕਿ ਕੁਛ ਜਿਹੜੇ ਹੋਰ ਗੈਸਿਸ ਨੇ ਜਿਸ ਤਰ੍ਹਾਂ ਕਿ ਮੀਥੇਨ, ਨਾਈਟ੍ਰਸ ਆਕਸਾਈਡ ਤੇ ਵਾਟਰ ਵੇਪਰ ਹੈ, ਇਹ ਕੀ ਵੀ ਕਰ ਰਹੇ ਨੇ? ਕੰਟਰੀਬਿਊਟ ਕਰ ਰਹੇ ਨੇ ਇਸ ਇਫੈਕਟ ਨੂੰ। ਔਰ ਇਸ ਨੂੰ ਆਪਾਂ ਕੀ ਕਹਿੰਦੇ ਆ? ਗ੍ਰੀਨ ਹਾਊਸ ਇਫੈਕਟ ਔਰ ਜਾਂ ਗ੍ਰੀਨ ਹਾਊਸ ਗੈਸਿਸ ਵੀ ਇਹਨੂੰ ਕਹਿੰਦੇ ਆ। ਉਹਦੇ ਨਾਲ ਕੀ ਹੋ ਰਿਹਾ? ਗਲੋਬਲ ਵਾਰਮਿੰਗ ਹੋ ਰਹੀ ਹੈ, ਕਿਉਂਕਿ ਕਾਰਬਨ ਡਾਈਆਕਸਾਈਡ ਜਿਹੜੀ ਹੈ ਆਪਾਂ ਡੀਫੋਰੈਸਟੇਸ਼ਨ ਕਰਨ ਦੇ ਨਾਲ ਜਿਹੜੀ ਹੈ ਪੇੜ ਕੱਟ ਰਹੇ ਨੇ। ਪੇੜ ਕੱਟਣ ਦੇ ਨਾਲ ਕੀ ਹੋ ਰਿਹਾ ਹੈ ਕਿ ਪਲਾਂਟਸ ਕਾਰਬਨ ਡਾਈਆਕਸਾਈਡ ਨਹੀਂ ਲੈਂਦੇ, ਇਸ ਕਰਕੇ ਵੀ ਕਾਰਬਨ ਡਾਈਆਕਸਾਈਡ ਦੀ ਜਿਹੜੀ ਹੈ ਪਰਸੈਂਟੇਜ ਵੱਧ ਰਹੀ ਹੈ। ਔਰ ਇਹ ਕਿਹਦੇ ਵੱਲ ਜਾ ਰਿਹਾ ਹੈ? ਗਲੋਬਲ ਵਾਰਮਿੰਗ ਦੇ ਨਾਲ। ਸੋ ਗਲੋਬਲ ਵਾਰਮਿੰਗ ਜਿਹੜਾ ਹੁਣ ਵਰਲਡ ਵਾਈਡ ਜਿਹੜਾ ਹੈ ਇੱਕ ਮੁੱਦਾ ਬਣ ਗਿਆ ਹੈ ਔਰ ਅਸੀਂ ਇਸ ਨੂੰ ਕੰਟਰੋਲ ਕਰਨਾ ਹੈ, ਕਿਉਂਕਿ ਜੇ ਇਸ ਤਰ੍ਹਾਂ ਹੀ ਅਰਥ ਦਾ ਜਿਹੜਾ ਟੈਂਪਰੇਚਰ ਵੱਧਦਾ ਗਿਆ 0.5 ਡਿਗਰੀ, ਤਾਂ ਇਹਦੇ ਨਾਲ ਬਹੁਤ ਸਾਰੇ ਜਿਹੜੇ ਆ ਇਫੈਕਟ ਪੈਣਗੇ। ਗਲੇਸ਼ੀਅਰਸ ਜਿਹੜੇ ਨੇ ਗੰਗੋਤਰੀ ਦੇ, ਹਿਮਾਲਿਆ ਦੇ, ਈਵਨ ਉਹ ਮੈਲਟ ਹੋਣਾ ਸ਼ੁਰੂ ਹੋ ਗਏ ਨੇ। ਕਿਉਂ? ਗਲੋਬਲ ਵਾਰਮਿੰਗ ਦੇ ਨਾਲ। ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਵਾਟ ਕੈਨ ਬੀ ਡਨ? ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੈ ਕਿ ਦਿੱਲੀ ਸਭ ਤੋਂ ਪੋਲਿਊਟਿਡ ਸਿਟੀ ਹੈ। ਹੁਣ ਉੱਥੇ ਜਿਹੜੀਆਂ ਨੇ CNG ਬੱਸਿਸ, ਯਾਨੀ ਕਿ ਬੱਸਿਸ ਦੇ ਵਿੱਚ ਜਿਹੜੀਆਂ ਨੇ ਉਹ CNG ਜਿਹੜੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਹੈ। ਇਕੋ ਫਰੈਂਡਲੀ ਜਿਹੜੀਆਂ
ਬੱਸਿਸ ਹੈ ਉਹ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਜਿਹੜਾ ਸਾਡਾ ਐਟਮੋਸਫੇਅਰ ਹੈ ਉਹ ਸਾਫ਼ ਰਹੇ। ਔਰ ਉਸ ਤੋਂ ਇਲਾਵਾ ਸਾਨੂੰ ਕੀ ਕਰਨਾ ਚਾਹੀਦਾ ਹੈ, ਵੱਧ ਤੋਂ ਵੱਧ ਜਿਹੜੇ ਹੈ ਪਲਾਂਟਸ ਲਗਾਉਣੇ ਚਾਹੀਦੇ ਨੇ। ਔਰ ਹੁਣ ਹਰ ਸਾਲ ਜਿਹੜਾ ਹੈ ਵਨ ਮਹਾਉਤਸਵ ਜਿਹੜਾ ਹੈ ਜੁਲਾਈ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਪੇੜ ਲਗਾ ਸਕੀਏ ਔਰ ਆਪਣੇ ਐਟਮੋਸਫੇਅਰ ਨੂੰ ਜਿਹੜਾ ਹੈ ਉਹ ਗ੍ਰੀਨ ਬਣਾ ਸਕੀਏ। ਨੈਕਸਟ ਬੇਟਾ ਆ ਗਿਆ ਵਾਟਰ ਪੋਲਿਊਸ਼ਨ। ਏਅਰ ਪੋਲਿਊਸ਼ਨ ਤਾਂ ਸਾਡੇ ਇਨਵਾਇਰਨਮੈਂਟ ਨੂੰ ਗੰਦਾ ਕਰ ਰਿਹਾ ਹੈ, ਉਸ ਤੋਂ ਇਲਾਵਾ ਵਾਟਰ ਪੋਲਿਊਸ਼ਨ ਵੀ ਬਹੁਤ ਜਿਹੜਾ ਹੈ ਸਾਡੇ ਐਟਮੋਸਫੇਅਰ ਨੂੰ ਖਰਾਬ ਕਰ ਰਿਹਾ ਹੈ। ਵਾਟਰ ਪੋਲਿਊਸ਼ਨ ਕਿਸ ਤਰ੍ਹਾਂ ਹੁੰਦੀ ਹੈ, ਇਹ ਡੈਫੀਨੇਸ਼ਨ ਵੀ ਆ ਜਾਂਦੀ ਹੈ ਜਦੋਂ ਹਾਰਮਫੁਲ ਸਬਸਟੈਂਸਿਸ ਜਿਵੇਂ ਕਿ ਸੀਵਰੇਜ ਦੇ ਜਾਂ ਟੌਕਸਿਕ ਕੈਮੀਕਲਸ ਇੱਥੋਂ ਜਿਹੜੇ ਫੈਕਟਰੀਜ਼ ਵਗੈਰਾ ਤੋਂ ਮਿਲਦੇ ਨੇ, ਅਗਰ ਉਹ ਮਿਲ ਜਾਂਦੇ ਨੇ, ਸਿਲਟ ਹੁੰਦਾ ਹੈ, ਡਸਟ ਵਗੈਰਾ ਉਹ ਮਿਕਸ ਹੋ ਜਾਂਦੀ ਹੈ ਵਾਟਰ ਦੇ ਨਾਲ ਤਾਂ ਉਹ ਕੀ ਕਰ ਦਿੰਦੀ ਹੈ ਵਾਟਰ ਪੋਲਿਊਸ਼ਨ। ਇਹਨਾਂ ਸਭ ਚੀਜ਼ਾਂ ਨੂੰ ਆਪਾਂ ਕੀ ਕਹਿੰਦੇ ਆ ਵਾਟਰ ਪੋਲਿਊਟੈਂਟਸ। How does water get polluted? Ganga. Ganga is one of the most famous river of India. ਲੋਕ ਗੰਗਾ ਨੂੰ ਪੂਜਦੇ ਹਨ, ਲੋਕ ਗੰਗਾ ਦਾ ਪਾਣੀ ਲੈ ਕੇ ਘਰਾਂ ਦੇ ਵਿੱਚ ਰੱਖਦੇ ਹਨ ਕਿ ਇਹ ਪਾਣੀ ਜਿਹੜਾ ਹੈ ਗੰਗਾ ਦਾ ਪਾਣੀ ਜਿਹੜਾ ਹੈ ਪਵਿੱਤਰ ਮੰਨਿਆ ਜਾਂਦਾ ਹੈ। ਪਰ ਹੁਣ WWF ਯਾਨੀ ਕਿ ਵਰਲਡ ਵਾਈਡ ਫੰਡ ਨੇ ਫॉर ਨੇਚਰ ਵਾਸਤੇ ਇਹਨਾਂ ਨੇ ਦੱਸਿਆ ਕਿ ਜਿਹੜਾ ਗੰਗਾ ਰਿਵਰ ਹੈ ਸਭ ਤੋਂ ਇੰਡੇਂਜਰਡ ਰਿਵਰ ਹੈ ਕਿਉਂਕਿ ਇਹਦੀ ਜਿਹੜੀ ਪੋਲਿਊਸ਼ਨ ਹੈ ਉਹ ਡੇ ਬਾਏ ਡੇ ਜਿਹੜੀ ਹੈ ਉਹ ਵੱਧ ਰਹੀ ਹੈ। ਕਿਉਂਕਿ ਲੋਕੀ ਕੀ ਕਰਦੇ ਨੇ ਆਪਣਾ ਗਾਰਬੇਜ ਇਹਦੇ ਵਿੱਚ ਸੁੱਟਦੇ ਨੇ, ਅਨਟ੍ਰੀਟਡ ਸੀਵਰੇਜ ਜਿਹੜਾ ਹੈ ਉਹ ਸੁੱਟਦੇ ਨੇ, ਈਵਨ ਡੈਡ ਬੋਡੀਜ਼। ਕਈ ਉੱਧਰ ਯੂਪੀ ਵਗੈਰਾ ਦੇ ਲੋਕ ਜਿਹੜੇ ਨੇ ਉਹ ਡੈਡ ਬੋਡੀਜ਼ ਨੂੰ ਜਲਾਉਂਦੇ ਨੇ, ਉਹ ਡੈਡ ਬੋਡੀਜ਼ ਨੂੰ ਕੀ ਕਰਦੇ ਨੇ ਗੰਗਾ ਦੇ ਵਿੱਚ ਸੁੱਟ ਦਿੰਦੇ ਨੇ। ਔਰ ਇਹ ਡੈਡ ਬੋਡੀਜ਼ ਜਿਹੜੀਆਂ ਨੇ ਇਹ ਕੀ ਕਰਦੀਆਂ ਨੇ, ਇਹਨਾਂ ਦੀ ਬੋਡੀ ਜਦੋਂ ਡਿਕੰਪੋਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਪਾਣੀ ਦੇ ਵਿੱਚ ਤਾਂ ਈਵਨ ਉੱਥੇ ਜਿਹੜੇ ਇਕੁਐਟਿਕ ਲਾਈਫ ਹੈ ਜਾਣੀ ਕਿ ਫਿਸ਼ਿਸ ਵਗੈਰਾ ਜਿਹੜੇ ਨੇ ਉਹ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੈ ਔਰ ਜਿਹੜੇ ਆ ਸਰਵਾਈਵ ਨਹੀਂ ਕਰ ਸਕਦੇ। ਸੋ ਗੰਗਾ ਨੂੰ ਬਚਾਉਣ ਵਾਸਤੇ ਇੱਕ ਗੰਗਾ ਐਕਸ਼ਨ ਪਲਾਨ ਬੇਟਾ ਵੀ 1 ਮਾਰਕ ਕੁਐਸਚਨ ਆ ਜਾਂਦਾ ਹੈ। 1985 ਦੇ ਵਿੱਚ ਇਹ ਜਿਹੜਾ ਪਲਾਨ ਹੈ ਇਹ ਕੀਤਾ ਗਿਆ ਸੀ ਕਿ ਗੰਗਾ ਨੂੰ ਜਿਹੜਾ ਬਚਾਇਆ ਜਾ ਸਕੇ। ਤੁਸੀਂ ਇਹ ਦੇਖ ਰਹੇ ਹੋ ਪਿਕਚਰ, ਇਹ ਡੈਡ ਬੋਡੀਜ਼ ਨੇ, ਇਹ ਡੈਡ ਬੋਡੀਜ਼ ਜਿਹੜੇ ਨੇ ਸਾਰੇ ਗੰਗਾ ਦੇ ਵਿੱਚ ਵਹਾਉਂਦੇ ਨੇ। ਤੁਸੀਂ ਲੋਕ ਘਰਾਂ ਦੇ ਵਿੱਚ ਕਹਿੰਦੇ ਕਿ ਪਾਣੀ ਅਸੀਂ ਸਾਫ਼ ਕਰਕੇ ਪੀਣਾ ਹੈ, ਪਰ ਇੱਧਰ ਦੇ ਜਿਹੜੇ ਲੋਕ ਹੈ ਕਿਉਂਕਿ ਇਹ ਕਾਨਪੁਰ ਯੂਪੀ ਸਾਈਡ ਇੱਧਰ ਤਕਰੀਬਨ 5000 ਦੇ ਤਕਰੀਬਨ ਫੈਕਟਰੀਜ਼ ਹੈ, ਜਿਹੜਾ ਉਹ ਪਾਣੀ ਹੈ ਉਹ ਸਾਰਾ ਇਹਦੇ ਵਿੱਚ ਸੁੱਟਿਆ ਜਾਂਦਾ ਹੈ। ਲੋਕ ਬਹੁਤ ਸਾਰੇ ਇਹਨਾਂ ਤੇ ਡਿਪੈਂਡੈਂਟ ਨੇ ਪਾਣੀ ਤੇ, ਕਈ ਲੋਕ ਪੀਂਦੇ ਵੀ ਨੇ ਔਰ ਕਈ ਲੋਕ ਇਹਨਾਂ 'ਚ ਕੱਪੜੇ ਧੋਂਦੇ, ਖਾਣਾ ਵਗੈਰਾ ਬਣਾਉਂਦੇ ਨੇ। ਸੋ ਬਹੁਤ ਗੰਦਾ ਪਾਣੀ ਜਿਹੜਾ ਹੈ ਉਹ ਯੂਜ਼ ਕਰਦੇ ਨੇ ਕਿਉਂਕਿ ਸਾਰੀ ਇੰਡਸਟਰੀ ਦਾ ਜਿਹੜਾ ਪਾਣੀ ਹੈ ਉਹ ਗੰਗਾ ਦੇ ਵਿੱਚ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਕੈਮੀਕਲਸ ਨੇ ਆਰਸੈਨਿਕ, ਲੈਡ ਤੇ ਫਲੋਰਾਈਡ ਇਹ ਜਿਹੜੇ ਪਲਾਂਟ ਔਰ ਐਨੀਮਲਸ ਲਈ ਇੱਕ ਜ਼ਹਿਰ ਦਾ ਕੰਮ ਕਰਦੇ ਨੇ। ਈਵਨ ਇਸ ਤੋਂ ਇਲਾਵਾ ਜਦੋਂ ਐਲਗੀ ਦੇਖੀ ਹੋਏਗੀ ਤੁਸੀਂ ਪੌਂਡਸ ਦੇ ਵਿੱਚ ਉਹ ਵੱਧ ਜਾਂਦੀ ਹੈ ਔਰ ਇਹਦੇ ਨਾਲ ਕੀ ਹੁੰਦਾ ਕਿ ਵਾਟਰ ਦੇ ਵਿੱਚ ਜਿਹੜੀ ਆਕਸੀਜਨ ਹੈ ਉਹ ਐਲਗੀ ਜ਼ਿਆਦਾ ਯੂਜ਼ ਕਰ ਲੈਂਦੀ ਹੈ ਤੇ ਜਿਹੜੇ ਐਕੁਐਟਿਕ ਲਾਈਫ ਹੈ ਜਿਹੜੀ ਆ ਉਹ ਉਹਨਾਂ ਨੂੰ ਮਿਲਦੀ ਨਹੀਂ ਔਰ ਉਹ ਮਰਨੇ ਸ਼ੁਰੂ ਹੋ ਜਾਂਦੇ ਨੇ। ਔਰ ਇਸ ਤੋਂ ਇਲਾਵਾ ਜਿਹੜੇ ਵੇਸਟ ਹੈ ਜਿਵੇਂ ਕਿ ਲੋਕ ਕੱਪੜੇ ਵਗੈਰਾ ਵੀ ਧੋਂਦੇ ਨੇ, ਹੋਰ ਮਾਈਕਰੋ ਆਰਗੇਨਿਜ਼ਮ ਵੀ ਪੈਦਾ ਹੁੰਦੇ ਨੇ। ਔਰ ਇਸ ਤੋਂ ਇਲਾਵਾ ਗੰਦੇ ਪਾਣੀ ਦੇ ਵਿੱਚ ਬੈਕਟੀਰੀਆ, ਵਾਇਰਸ, ਫੰਜਾਈ ਔਰ ਪੈਰਾਸਾਈਟ ਦੇ ਨਾਲ ਕਿਹੜੀਆਂ ਡਿਜ਼ੀਜ਼ ਹੋ ਜਾਂਦੀਆਂ ਨੇ ਇਹ ਵੀ ਕੁਐਸਚਨ ਆ ਸਕਦਾ ਹੈ। ਕੋਲਰਾ, ਟਾਈਫਾਇਡ ਤੇ ਜੌਂਡਿਸ ਜਿਹੜੀ ਹੈ ਗੰਦੇ ਪਾਣੀ ਦੇ ਨਾਲ ਹੋ ਜਾਂਦੀ ਹੈ। ਨੈਕਸਟ ਆ ਗਿਆ ਜੀ ਪੋਰਟੇਬਲ ਵਾਟਰ ਕੀ ਹੁੰਦਾ ਹੈ ਔਰ ਅਸੀਂ ਪਾਣੀ ਨੂੰ ਕਿਸ ਤਰ੍ਹਾਂ ਪਿਊਰੀਫਾਈ ਕਰ ਸਕਦੇ ਹਾਂ। ਹਾਂਜੀ, ਜਿਹੜਾ ਬੱਚੋ ਪਾਣੀ ਪੀਣ ਵਾਸਤੇ ਹੋਵੇ ਉਸਨੂੰ ਆਪਾਂ ਪੋਰਟੇਬਲ ਵਾਟਰ ਕਹਿੰਦੇ ਹਾਂ। ਵਾਟਰ ਵਿਚ ਇਜ਼ ਸੁਟੇਬਲ ਫॉर ਡਰਿੰਕਿੰਗ ਇਜ਼ ਕਾਲਡ ਪੋਰਟੇਬਲ ਵਾਟਰ।
ਔਰ ਅਸੀਂ ਇਸ ਨੂੰ ਕਿਸ ਤਰ੍ਹਾਂ ਪਾਣੀ ਕਈਆਂ ਦੇ ਘਰਾਂ ਦੇ ਵਿੱਚ ਪਾਣੀ ਨੂੰ ਬੋਇਲ ਕਰਕੇ ਕੀ ਕੀਤਾ ਜਾਂਦਾ ਹੈ ਜਾਂ ਕਈਆਂ ਦੇ ਘਰ ਆਰਓ ਲੱਗੇ ਹੁੰਦੇ ਨੇ ਔਰ ਬੋਇਲ ਕਰਨ ਨਾਲ ਜਿਹੜਾ ਹੈ ਪਾਣੀ ਪੀਣਯੋਗ ਹੋ ਜਾਂਦਾ ਹੈ ਜਾਂ ਕਲੋਰੀਨੇਸ਼ਨ ਜਿਹੜੀ ਹੈ ਕਾਮਨਲੀ ਆਪਾਂ ਯੂਜ਼ ਕਰਦੇ ਆ ਪਾਣੀ ਨੂੰ ਪਿਊਰੀਫਾਈ ਕਰਨ ਲਈ ਪਰ ਜ਼ਿਆਦਾ ਜਿਹੜਾ ਹੈ ਕਲੋਰੀਨ ਟੈਬਲੇਟ ਜਿਹੜੀਆਂ ਨੇ ਉਹ ਵੀ ਜ਼ਿਆਦਾ ਨਹੀਂ ਯੂਜ਼ ਕਰਨੀਆਂ ਚਾਹੀਦੀਆਂ ਔਰ ਇਸ ਨੂੰ ਹੋਰ ਕਿਸ ਤਰ੍ਹਾਂ ਰੋਕ ਸਕਦੇ ਆ ਸਾਨੂੰ ਲਾਜ਼ ਬਣਾਉਣੇ ਚਾਹੀਦੇ ਨੇ ਇੰਡਸਟਰੀਅਲ ਯੂਨਿਟਸ ਵਾਸਤੇ ਤਾਂ ਕਿ ਉਹ ਗੰਦਾ ਜਿਹੜਾ ਪਾਣੀ ਹੈ ਉਹ ਰਿਵਰ ਤੇ ਲੇਕਸ ਦੇ ਵਿੱਚ ਨਾ ਸੁੱਟਣ ਨੰਬਰ 1 ਨੰਬਰ 2 ਵਾਟਰ ਟ੍ਰੀਟਮੈਂਟ ਜਿਹੜੇ ਆ ਪਲਾਂਟ ਹੈ ਉਹ ਇੰਡਸਟਰੀਅਲ ਏਰੀਆ ਦੇ ਕੋਲ ਜ਼ਰੂਰ ਲਗਾਉਣੇ ਚਾਹੀਦੇ ਨੇ ਔਰ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਪਾਣੀ ਨੂੰ ਰਿਡਿਊਸ ਕਰੀਏ ਰੀਯੂਜ਼ ਕਰੀਏ ਤੇ ਰੀਸਾਈਕਲ ਕਰੀਏ ਤਾਂ ਕਿ ਅਸੀਂ ਆਪਣੇ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਲਈ ਪਾਣੀ ਬਚਾ ਸਕੀਏ ਇਹ ਤੁਸੀਂ ਦੇਖ ਰਹੇ ਹੋ ਵਾਟਰ ਟ੍ਰੀਟਮੈਂਟ ਪਲਾਂਟ ਅਗਰ ਲਗਾ ਦਿੱਤਾ ਜਾਵੇ ਤਾਂ ਅਸੀਂ ਉਹ ਵਾਲਾ ਪਾਣੀ ਆ ਆਪਾਂ ਗਾਰਡਨ ਦੇ ਵਿੱਚ ਜਾਂ ਵੈਜੀਟੇਬਲਸ ਧੋਣ ਦੇ ਵਿੱਚ ਜਿਹੜਾ ਹੈ ਅਸੀਂ ਯੂਜ਼ ਕਰ ਸਕਦੇ ਹਾਂ ਸੋ ਬਰਸ਼ ਕਰਨ ਲੱਗਿਆ ਜਾਂ ਟੈਪ ਜਿਹੜੀ ਹੈ ਤੁਹਾਡੀ ਅਗਰ ਪਾਣੀ ਉਹਦੇ ਵਿੱਚ ਨਿਕਲ ਰਿਹਾ ਹੈ ਤਾਂ ਬਹੁਤ ਸਾਰਾ ਪਾਣੀ ਜਿਹੜਾ ਹੈ ਵੇਸਟ ਹੋ ਜਾਂਦਾ ਹੈ ਸੋ ਹੋਪ ਤੁਹਾਨੂੰ ਲੈਸਨ ਕਲੀਅਰ ਹੋ ਗਿਆ ਹੋਵੇਗਾ ਕੁਝ ਕੀਵਰਡਸ ਹੈ ਬੇਟਾ 에ਅਰ ਪੋਲਿਊਸ਼ਨ ਆਪਾਂ ਪੜ੍ਹਿਆ ਹੈ ਕਿ 에ਅਰ ਪੋਲਿਊਸ਼ਨ ਦੇ ਨਾਲ ਲਿਵਿੰਗ ਤੇ ਨਾਨ ਲਿਵਿੰਗ ਆਰਗੇਨਿਜ਼ਮ ਨੂੰ ਫਰਕ ਪੈਂਦਾ ਹੈ ਔਰ ਪੋਲਿਊਟੈਂਟਸ ਜਿਹੜੇ ਨੇ ਕੀ ਹੁੰਦੇ ਨੇ ਉਹ ਸਬਸਟੈਂਸ ਜਿਹੜੇ ਪਾਣੀ ਔਰ ਵਾਟਰ ਨੂੰ ਗੰਦਾ ਕਰਦੇ ਹਨ ਉਹਨਾਂ ਨੂੰ ਆਪਾਂ ਪੋਲਿਊਟੈਂਟ ਕਹਿੰਦੇ ਹਾਂ ਕਾਰਬਨ ਮੋਨੋਆਕਸਾਈਡ ਨਾਈਟ੍ਰੋਜਨ ਆਕਸਾਈਡ ਤੇ ਕਾਰਬਨ ਡਾਈਆਕਸਾਈਡ ਮੀਥੇਨ ਤੇ ਸਲਫਰ ਡਾਈਆਕਸਾਈਡ ਨੇ ਇਹ ਮੇਜਰ ਪੋਲਿਊਟੈਂਟਸ ਨੇ 에ਅਰ ਦੇ ਔਰ ਕਾਰਬਨ ਡਾਈਆਕਸਾਈਡ ਜਿਹੜੀ ਗੈਸ ਹੈ ਇਹ ਗਲੋਬਲ ਵਾਰਮਿੰਗ ਕਰਦੀ ਹੈ ਔਰ ਵਾਟਰ pollution is the contamination of water by substance harmful to life ਇਸ ਤੋਂ ਇਲਾਵਾ ਸੀਵਰੇਜ ਐਗਰੀਕਲਚਰ ਕੈਮੀਕਲ ਔਰ ਇੰਡਸਟਰੀਅਲ ਜਿਹੜੀ ਵੇਸਟ ਹੈ ਉਹ ਪਾਣੀ ਨੂੰ ਗੰਦਾ ਕਰਦੀ ਹੈ ਵਾਟਰ ਨੂੰ ਸਾਨੂੰ ਹਮੇਸ਼ਾ ਪਿਊਰੀਫਾਈ ਕਰਕੇ ਹੀ ਪੀਣਾ ਚਾਹੀਦਾ ਹੈ ਔਰ ਜਿਹੜਾ ਪਾਣੀ ਪੀਣ ਯੋਗ ਹੁੰਦਾ ਸੀ ਉਸਨੂੰ ਕੀ ਕਹਿੰਦੇ ਆ ਪੋਰਟੇਬਲ ਵਾਟਰ ਸੋ ਵਾਟਰ ਜਿਹੜਾ ਹੈ ਉਹ ਪ੍ਰੀਸ਼ੀਅਸ ਨੈਚੁਰਲ ਰਿਸੋਰਸ ਹੈ ਔਰ ਸਾਨੂੰ ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਹਾਂਜੀ ਬੇਟਾ ਕੁਐਸਚਨ ਵਾਟ ਆਰ ਡਿਫਰੈਂਟ ਵੇਜ਼ ਇਨ ਵਿਚ ਵਾਟਰ ਗੈਟ ਕੰਟੈਮੀਨੇਟਿਡ ਕਿਹੜੇ ਵੇਜ਼ ਹੈ ਜਿਹਦੇ ਨਾਲ ਜਿਹੜਾ ਪਾਣੀ ਹੈ ਉਹ ਗੰਦਾ ਹੁੰਦਾ ਹੈ ਆਪਾਂ ਪੜ੍ਹਿਆ ਹੈ ਐਗਰੀਕਲਚਰ ਕੈਮੀਕਲਸ ਦੇ ਨਾਲ ਜਿਹੜੇ ਅਸੀਂ ਫਰਟੀਲਾਈਜ਼ਰ ਜਾਂ ਪੈਸਟੀਸਾਈਡ ਇਸਤੇਮਾਲ ਕਰਦੇ ਹਾਂ ਉਹਦੇ ਨਾਲ ਜਿਹੜਾ ਪਾਣੀ ਹੈ ਉਹ ਗੰਦਾ ਹੋ ਜਾਂਦਾ ਹੈ ਨੈਕਸਟ ਹੈ ਇੰਡਸਟਰੀਅਲ ਵੇਸਟ ਇੰਡਸਟਰੀ ਦਾ ਜਿਹੜਾ ਵੇਸਟ ਪਾਣੀ ਹੈ ਜਾਂ ਕੈਮੀਕਲ ਵਾਲਾ ਪਾਣੀ ਹੈ ਅਸੀਂ ਉਹਨੂੰ ਰਿਵਰ ਜਾਂ ਲੇਕਸ 'ਚ ਸੁੱਟ ਦਿੰਦੇ ਹਾਂ ਜਿਹਦੇ ਨਾਲ ਪਾਣੀ ਗੰਦਾ ਹੋ ਜਾਂਦਾ ਹੈ ਈਵਨ ਸੀਵਰੇਜ ਵੇਸਟ ਕਿਚਨ ਦਾ ਜਾਂ ਟਾਇਲਟ ਦਾ ਜਾਂ ਲਾਂਡਰੀ ਦਾ ਪਾਣੀ ਅਸੀਂ ਜਿਹੜਾ ਸੁੱਟਦੇ ਹਾਂ ਉਹਦੇ ਨਾਲ ਸਾਡਾ ਵਾਟਰ ਹੈ ਉਹ ਗੰਦਾ ਹੋ ਜਾਂਦਾ ਹੈ ਨੈਕਸਟ ਕੁਐਸਚਨ ਹੈ ਐਟ ਐਨ ਇੰਡੀਵਿਜੂਅਲ ਲੈਵਲ ਹਾਊ ਕੈਨ ਯੂ ਹੈਲਪ ਰਿਡਿਊਸ 에ਅਰ ਪੋਲਿਊਸ਼ਨ ਇੱਕ ਆਪਣੇ ਲੈਵਲ ਤੇ ਤੁਸੀਂ 에ਅਰ ਪੋਲਿਊਸ਼ਨ ਨੂੰ ਕਿਸ ਤਰ੍ਹਾਂ ਘੱਟ ਕਰ ਸਕਦੇ ਹੋ ਅਵੋਇਡ ਕਰੋ ਕਾਰ ਦਾ ਇਸਤੇਮਾਲ ਘੱਟ ਕਰੋ ਅਗਰ ਤੁਸੀਂ ਨੇੜੇ ਹੀ ਜਾਣਾ ਹੈ ਜਾਂ ਇਕੱਲੇ ਜਾਣਾ ਹੈ ਉਹਦੀ ਥਾਂ ਤੇ ਤੁਸੀਂ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰੋ ਨੰਬਰ 2 ਸ਼ਾਰਟ ਡਿਸਟੈਂਸ ਵਾਸਤੇ ਵਹੀਕਲ ਦਾ ਇਸਤੇਮਾਲ ਨਾ ਕਰੋ अगर फ्यूल यूज करना है तो तुसी LPG और CNG करो क्योंकि ये स्मोकलैस ने रादर दैन डीजल ते पेट्रोल और तुसी गार्बेज ਨੂੰ ਪ੍ਰੋਪਰ ਡਿਸਪੋਜ਼ ਕਰੋ ਇਹਨਾਂ ਨੂੰ ਜਲਾਉਣਾ ਨਹੀਂ ਚਾਹੀਦਾ ਕਿਉਂਕਿ ਇਹਦੇ ਨਾਲ ਕੀ ਹੁੰਦੀ ਹੈ 에ਅਰ ਪੋਲਿਊਸ਼ਨ ਹੁੰਦੀ ਹੈ ਨੈਕਸਟ ਹੈ ਕੰਟਰੋਲ ਐਟ ਦ ਮਿਸ਼ਨ ਫਰੋਮ ਵਹੀਕਲਸ ਐਂਡ ਹਾਊਸਹੋਲਡ ਚਿਮਨੀਜ਼ ਅਗਰ ਤੁਹਾਡੇ ਜਿਹੜੇ ਵਹੀਕਲਸ ਨੇ ਉਹਨਾਂ ਦੇ ਵਿੱਚ ਧੂਆਂ ਵਗੈਰਾ ਨਿਕਲ ਰਿਹਾ ਹੈ ਤਾਂ ਉਹਨਾਂ ਦੀ ਮੇਨਟੇਨੈਂਸ ਕਰਾਓ ਔਰ ਘਰਾਂ ਦੇ ਵਿੱਚ ਜਿਹੜੀਆਂ ਨੇ ਚਿਮਨੀਜ਼ ਜਿਹੜੀਆਂ ਹਾਂ ਉਹ ਲਗਾਉਣੀਆਂ ਚਾਹੀਦੀਆਂ ਨੇ ਨੈਕਸਟ ਹੈ ਕਲੀਅਰ ਟਰਾਂਸਪੇਰੈਂਟ ਵਾਟਰ ਇਜ਼ ਆਲਵੇਜ਼ ਫਿਟ ਫॉर ਡਰਿੰਕਿੰਗ ਕਮੈਂਟ ਕਿ ਜਿਹੜਾ ਸਾਫ਼ ਤੇ ਸੁਥਰਾ ਪਾਣੀ ਹੈ ਉਹ ਹਮੇਸ਼ਾ ਪੀਣ ਵਾਸਤੇ ਫਿਟ ਹੁੰਦਾ ਹੈ ਨਹੀਂ ਬੇਟਾ ਕਲੀਅਰ ਤੇ ਟਰਾਂਸਪੇਰੈਂਟ ਵਾਟਰ ਜ਼ਰੂਰੀ ਨਹੀਂ ਕਿ ਉਹ ਪੀਣ ਵਾਸਤੇ ਠੀਕ ਹੋਏ ਹੋ ਸਕਦਾ ਹੈ ਉਹਦੇ ਵਿੱਚ ਕੁਝ ਮਾਈਕਰੋ ਆਰਗੇਨਿਜ਼ਮ ਹੋਣ ਜਿਹੜੇ ਕਿ ਤੁਹਾਨੂੰ ਨੰਗੀ ਅੱਖ ਦੇ ਨਾਲ ਨਾ ਦਿਖਦੇ ਹੋਣ
ਸੋ ਪਾਣੀ ਨੂੰ ਜਿਹੜਾ ਹੈ ਉਹ ਆਪਾਂ ਘਰਾਂ ਦੇ ਵਿੱਚ RO ਜਾਂ ਪਿਊਰੀਫਾਈਂਗ ਸਿਸਟਮ ਜਾਂ ਪਾਣੀ ਨੂੰ ਬੋਇਲ ਕਰਕੇ ਹੀ ਪੀਣਾ ਚਾਹੀਦਾ ਹੈ, ਜਿਹਦਾ ਕਿ ਪਾਣੀ ਡਰਿੰਕਿੰਗ ਵਾਸਤੇ ਫਿਟ ਹੋ ਸਕੇ। ਨੈਕਸਟ ਹੈ ਯੂ ਆਰ ਅ ਮੈਂਬਰ ਆਫ ਦਾ ਮਿਊਨਿਸਪਲ ਬਾਡੀ ਆਫ ਯਰ ਟਾਊਨ। ਅਗਰ ਤੁਸੀਂ ਕਿਸੇ ਆਪਣੇ ਟਾਊਨ ਦੇ ਮਿਊਨਿਸਪਲ ਮੈਂਬਰ ਹੋ ਤਾਂ ਤੁਹਾਨੂੰ ਕੀ ਕਰਨੀ ਚਾਹੀਦੀ ਹੈ ਕਿ ਪਾਣੀ ਜਿਹੜਾ ਹੈ ਤੁਹਾਡੇ ਰੈਜ਼ੀਡੈਂਸ ਨੂੰ ਸਾਫ ਸੁਥਰਾ ਮਿਲ ਸਕੇ ਤਾਂ ਕੀ ਕਰਨਾ ਚਾਹੀਦਾ ਹੈ। ਨੰਬਰ 1, ਮੇਨ ਵਾਟਰ ਸੋਰਸ ਜਿਹੜਾ ਹੈ ਉਹ ਸਾਫ ਸੁਥਰੀ ਜਗ੍ਹਾ ਤੇ ਬਣਿਆ ਹੋਣਾ ਚਾਹੀਦਾ ਹੈ ਔਰ ਕੈਮੀਕਲ ਮੈਥਡ ਦੇ ਨਾਲ ਆਪਾਂ ਪਾਣੀ ਨੂੰ ਕਲੀਨ ਕਰ ਸਕਦੇ ਹਾਂ, ਜਿਹਦੇ ਵਾਸਤੇ ਆਪਾਂ ਕਲੋਰੀਨੇਸ਼ਨ ਦੀ ਹੈਲਪ ਲੈ ਸਕਦੇ ਹਾਂ। ਔਰ ਜਿੱਥੇ ਪਾਣੀ ਦੀਆਂ ਪਾਈਪਸ ਜਾ ਰਹੀਆਂ ਨੇ ਉਹ ਏਰੀਆ ਵੀ ਜਿਹੜਾ ਸਾਫ ਸੁਥਰਾ ਹੋਣਾ ਚਾਹੀਦਾ ਹੈ। ਨੈਕਸਟ ਹੈ ਡਿਫਰੈਂਸ ਬਿਟਵੀਨ ਪਿਓਰ ਏਅਰ ਐਂਡ ਪੋਲਿਊਟਿਡ ਏਅਰ। ਬੇਟਾ ਜੀ ਮੈਂ ਪਿਓਰ ਏਅਰ ਬਾਰੇ ਸਟਾਰਟਿੰਗ 'ਚ ਦੱਸਿਆ ਸੀ ਕਿ ਪਿਓਰ ਏਅਰ ਦੇ ਵਿੱਚ 78% ਨਾਈਟ੍ਰੋਜਨ ਹੈ, 21% ਆਕਸੀਜਨ ਹੈ, 0.03 ਕਾਰਬਨ ਡਾਈਆਕਸਾਈਡ ਹੈ। ਕੁਝ ਹੋਰ ਗੈਸਿਸ ਨੇ ਜਿਵੇਂ ਆਰਗੋਨ, ਮੀਥੇਨ, ਓਜ਼ੋਨ ਤੇ ਵਾਟਰ ਵੇਪਰ। ਇਹ ਕੁਝ ਕੁ ਕੁਆਂਟੀਟੀ ਦੇ ਵਿੱਚ ਹੁੰਦੀਆਂ ਨੇ, ਪਰ ਜਦੋਂ ਕੁਝ ਹਾਰਮਫੁਲ ਸਬਸਟੈਂਸਿਸ ਜਿਸ ਤਰ੍ਹਾਂ ਕਿ ਨਾਈਟ੍ਰੋਜਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਹਵਾ ਦੇ ਵਿੱਚ ਮਿਲ ਜਾਂਦੀਆਂ ਨੇ ਤਾਂ ਉਹ ਕੀ ਬਣਾ ਦਿੰਦੀਆਂ ਨੇ, ਏਅਰ ਪੋਲਿਊਸ਼ਨ। Next, explain circumstances leading to rain, acid rain. How does acid rain affect us? Acid rain किस तरह बनती है और एक किस तरह ਸਾਡੇ ਤੇ ਅਫੈਕਟ ਕਰਦੀ ਹੈ। ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ ਪੋਲਿਊਸ਼ਨ ਜਾਂ ਜਿਹੜੀ ਇੰਡਸਟਰੀਜ਼ ਤੋਂ ਜਿਹੜਾ ਨਿਕਲਦਾ ਧੂਆਂ ਜਿਹਦੇ ਵਿੱਚ ਸਲਫਰ ਡਾਈਆਕਸਾਈਡ ਜਾਂ ਨਾਈਟ੍ਰੋਜਨ ਡਾਈਆਕਸਾਈਡ ਹੁੰਦੀਆਂ ਨੇ, ਜਦੋਂ ਇਹ ਵਾਟਰ ਵੇਪਰਸ ਦੇ ਨਾਲ ਮਿਲ ਜਾਂਦੀਆਂ ਨੇ ਤਾਂ ਉਹ ਕੀ ਬਣਾ ਦਿੰਦੀਆਂ ਨੇ, ਸਲਫਿਊਰਿਕ ਐਸਿਡ ਤੇ ਨਾਈਟ੍ਰਿਕ ਐਸਿਡ। ਔਰ ਇਹ ਨਾਈਟ੍ਰਿਕ ਐਸਿਡ ਜਦੋਂ ਰੇਨ ਦੇ ਨਾਲ ਪੈਂਦੀਆਂ ਨੇ ਗਿਰਦੀ ਹੈ ਅਰਥ ਤੇ ਤਾਂ ਇਸ ਨੂੰ ਆਪਾਂ ਕੀ ਕਹਿੰਦੇ ਆ, ਐਸਿਡ ਰੇਨ। ਔਰ ਐਸਿਡ ਰੇਨ ਕੀ ਕਰਦੀ ਹੈ, ਐਸਿਡ ਰੇਨ ਫਸਲਾਂ ਨੂੰ ਯਾਨੀ ਕਿ ਕ੍ਰੋਪਸ ਨੂੰ ਡੈਮੇਜ ਕਰਦੀ ਹੈ। ਈਵਨ ਤਾਜ ਮਹਿਲ ਵਰਗੇ ਨੂੰ ਵੀ ਜਾਂ ਹੋਰ ਬਿਲਡਿੰਗਸ ਨੂੰ ਵੀ ਜਿਹੜੀ ਹੈ ਉਹ ਖਰਾਬ ਕਰਦੀ ਹੈ। ਨੈਕਸਟ ਕੁਐਸਚਨ ਇਹਨਾਂ 'ਚ ਦੱਸੋ ਕਿ ਕਿਹੜੀ ਗ੍ਰੀਨ ਹਾਊਸ ਗੈਸ ਨਹੀਂ ਹੈ। ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਮੀਥੇਨ, ਨਾਈਟ੍ਰੋਜਨ। The answer is nitrogen. Describe the greenhouse effect in your own words. Greenhouse effect ਜਿਹੜਾ ਹੈ ਇਹਦੇ ਨਾਲ ਕੀ ਹੋ ਰਹੀ ਹੈ, ਗਲੋਬਲ ਵਾਰਮਿੰਗ। ਸਾਰੇ ਹੀ ਅਰਥ ਦਾ ਜਿਹੜਾ ਟੈਂਪਰੇਚਰ ਆ ਉਹ ਵੱਧ ਰਿਹਾ ਹੈ, ਕਿਹਦੇ ਕਰਕੇ, ਗ੍ਰੀਨ ਹਾਊਸ ਗੈਸਿਸ ਦੇ ਕਰਕੇ। ਗ੍ਰੀਨ ਹਾਊਸ ਗੈਸਿਸ ਦੇ ਵਿੱਚ ਕਿਹੜੀਆਂ ਗੈਸਿਸ ਆ ਜਾਂਦੀਆਂ ਨੇ ਬੇਟਾ ਜੀ, ਕਾਰਬਨ ਡਾਈਆਕਸਾਈਡ, ਮੀਥੇਨ, ਵਾਟਰ ਵੇਪਰ। ਜਦੋਂ ਸੋਲਰ ਰੇਡੀਏਸ਼ਨ ਸਾਡੀ ਧਰਤੀ ਤੇ ਪਹੁੰਚਦੀਆਂ ਨੇ ਤਾਂ ਇਹ ਕੁਝ ਅਰਥ ਐਬਜ਼ੌਰਬ ਕਰ ਲੈਂਦੀਆਂ ਔਰ ਕੁਝ ਜਿਹੜੀ ਆ ਉਹ ਐਟਮੋਸਫੇਅਰ ਦੇ ਵਿੱਚ ਵਾਪਸ ਭੇਜ ਦਿੰਦੀਆਂ ਨੇ। ਪਰ ਇਹ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਹੈ ਜਿਹੜੀਆਂ ਉੱਪਰ ਮੈਂ ਦੱਸੀਆਂ, ਕਾਰਬਨ ਡਾਈਆਕਸਾਈਡ ਜਾਂ ਮੀਥੇਨ, ਇਹ ਕੀ ਕਰਦੀਆਂ ਨੇ, ਇਹਨਾਂ ਨੂੰ ਟਰੈਪ ਕਰ ਲੈਂਦੀਆਂ ਨੇ ਤੇ ਇਹਨਾਂ ਨੂੰ ਉੱਪਰ ਵਾਪਸ ਜਾਣ ਨਹੀਂ ਦਿੰਦੀਆਂ, ਜਿਹਦੇ ਕਰਕੇ ਜਿਹੜੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ। Prepare a brief speech on global warming. You have to deliver the speech in your class. बेटा जी ये सारा कुछ ऊपर वर्गे क्वेश्चन वगैरह ही है, ਤੁਸੀਂ ਇਸ ਨੂੰ ਖੁਦ ਪढ़ सकते हो। Next, describe the threat to the beauty of Taj Mahal. ਤਾਜ ਮਹਿਲ ਦੀ ਬਿਊਟੀ ਕਿਸ ਤਰ੍ਹਾਂ ਖਰਾਬ ਹੋ ਰਹੀ ਹੈ, ਜਿਸ ਤਰ੍ਹਾਂ ਦੱਸਿਆ ਕਿ ਆਲੇ ਦੁਆਲੇ ਬਹੁਤ ਇੰਡਸਟਰੀਜ਼ ਹੈ ਜਿਹੜੀਆਂ ਕਿ ਹਾਰਮਫੁਲ ਗੈਸਿਸ ਛੱਡਦੀਆਂ ਨੇ, ਜਿਹਦੇ ਨਾਲ ਐਸਿਡ ਰੇਨ ਹੁੰਦੀ ਹੈ ਔਰ ਐਸਿਡ ਰੇਨ ਦੇ ਨਾਲ ਜਿਹੜੇ ਹੈ ਮਾਰਬਲ ਹੈ ਉਹ ਪਾਊਡਰ ਦੇ ਵਿੱਚ ਮਿਲ ਜਾਂਦਾ ਹੈ ਔਰ ਇਸ ਨੂੰ ਆਪਾਂ ਮਾਰਬਲ ਕੈਂਸਰ ਵੀ ਕਹਿੰਦੇ ਆ। ਔਰ ਜ਼ਿਆਦਾ ਕਲਰ ਜਿਹੜਾ ਹੈ ਯੈਲੋ ਕਲਰ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਹੈ। ਨੈਕਸਟ ਹੈ why does the increased level of nutrients in the water affect the survival of aquatic organism?
ਕਿਉਂ ਜਿਹੜੇ ਨਿਊਟ੍ਰੈਂਟਸ ਦੇ ਨਾਲ ਵਧਣ ਦੇ ਨਾਲ ਜਿਹੜੀ ਐਕੁਆਟਿਕ ਆਰਗੇਨਿਜ਼ਮ ਹੈ ਯਾਨੀ ਕਿ ਪਾਣੀ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਹੈ ਉਹਨਾਂ ਤੇ ਕਿਸ ਤਰ੍ਹਾਂ ਇਫੈਕਟ ਹੋਇਆ ਹੈ ਕਿਉਂਕਿ ਲੈਵਲ ਜਿਹੜਾ ਹੈ ਨਿਊਟ੍ਰੈਂਟਸ ਦਾ ਵਾਟਰ ਬੋਡੀ ਦੇ ਵਿੱਚ ਵਧਣ ਦੇ ਨਾਲ ਐਲਗੀ ਜਿਹੜੀ ਹੈ ਵੱਧ ਰਹੀ ਹੈ। ਜਦੋਂ ਐਲਗੀ ਵੱਧ ਜਾਂਦੀ ਹੈ ਤਾਂ ਉਸਦੇ ਨਾਲ ਕੀ ਹੈ ਉਹ ਡਿਕੰਪੋਜ਼ਰ ਦਾ ਫੂਡ ਬਣ ਜਾਂਦੀ ਹੈ ਔਰ ਉਹਦੇ ਨਾਲ ਕੀ ਹੈ ਕਿ ਆਕਸੀਜਨ ਜਿਹੜੀ ਹੈ ਇਹਦੇ ਵਿੱਚ ਲੱਗ ਜਾਂਦੀ ਜ਼ਿਆਦਾ ਔਰ ਜਿਹੜੇ ਪਾਣੀ ਵਿੱਚ ਰਹਿਣ ਵਾਲੇ ਜੀਵ ਹੈ ਉਹਨਾਂ ਦੇ ਵਿੱਚ ਆਕਸੀਜਨ ਜਿਹੜੀ ਹੈ ਉਹਦੇ ਅੰਦਰ ਘੱਟ ਜਾਂਦੀ ਹੈ ਤੇ ਉਹਨਾਂ ਨੂੰ ਆਕਸੀਜਨ ਮਿਲਦੀ ਨਹੀਂ ਹੈ। ਇਸ ਕਰਕੇ ਜਿਹੜੀ ਐਕੁਆਟਿਕ ਜਿਹੜੀ ਲਾਈਫ ਹੈ ਉਹ ਖਤਮ ਹੋ ਰਹੀ ਹੈ। ਸੋ ਹੋਪ ਤੁਹਾਨੂੰ ਲੈਸਨ ਕਲੀਅਰ ਹੋ ਗਿਆ ਹੋਏਗਾ। ਥੈਂਕ ਯੂ।